ਹੁਣ ਪੇਸ਼ ਹੈ ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ। ਅੱਜ ਦੀ ਕਹਾਣੀ ਤੁਹਾਡੇ ਵਾਸਤੇ ਹੈ ਆਪਣਾ ਦੇਸ਼। ਹਰ ਕਿਸੇ ਨੂੰ ਆਪਣਾ ਦੇਸ਼ ਬੜਾ ਹੀ ਪਿਆਰਾ ਹੁੰਦਾ, ਯਾਦ ਆਉਂਦੀ ਅਸੀਂ ਜਿਹੜੇ ਕਿ ਆਪਣੇ ਦੇਸ਼ ਛੱਡ ਕੇ ਇੱਥੇ ਆ ਗਏ, ਉਹ ਜਨਮ ਭੂਮੀ ਕਰਮ ਭੂਮੀ ਇਹ ਬਣ ਗਈ। ਤੇ ਇਸ ਤਰ੍ਹਾਂ ਦੇ ਬਦਲਾਅ ਦੇ ਵਿੱਚੋਂ ਗੁਜ਼ਰਦਿਆਂ ਅਸੀਂ ਇੱਥੋਂ ਦੇ ਮਾਹੌਲ ਨੂੰ ਵੀ ਮਾਣਦੇ ਹਾਂ। ਕੈਨੇਡਾ ਡੇ ਆਉਣ ਵਾਲਾ, ਬੜੇ ਫਖਰ ਦੇ ਨਾਲ ਕਹਿੰਦੇ ਹਾਂ ਕੈਨੇਡਾ 'ਤੇ ਸਾਨੂੰ ਨਾਜ਼ ਹੋਣਾ ਚਾਹੀਦਾ। ਅਤੇ ਜਦੋਂ ਹੀ ਅਸੀਂ ਆਪਣੀ ਕੰਟਰੀ ਜਿੱਥੋਂ ਵੀ ਆਏ ਹਾਂ, ਸਾਊਥ ਏਸ਼ੀਅਨ ਕੰਟਰੀਜ਼ ਤੋਂ ਜਿਹੜੇ ਲੋਕ ਆਏ ਨੇ, ਉਹ ਆਪਣੇ ਦੇਸ਼ ਨੂੰ ਯਾਦ ਕਰਦੇ ਆ। ਕਿਹੜੇ ਤਿਉਹਾਰ ਸੀਗੇ, ਕਿਹੜੇ ਖਾਸ ਮੌਕੇ ਸੀਗੇ, ਕਿਹੜੀਆਂ ਨੈਸ਼ਨਲ ਹੌਲੀਡੇਜ਼ ਜਾਂ ਕੀ ਕੁਝ ਕੀਤਾ ਬਚਪਨ ਦੇ ਵਿੱਚ, ਕਿਉਂ ਨਾ ਉਹਨਾਂ ਨੂੰ ਪਿਆਰਾ ਹੋਊਗਾ। ਬੜੀ ਸੁਭਾਵਿਕ ਜਿਹੀ ਗੱਲ ਹੈ ਕਿ ਹੋਏਗਾ ਹੀ। ਅਤੇ ਅੱਜ ਜਿਹੜੀ ਕਹਾਣੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਕਹਾਣੀ ਘੱਟ ਅਤੇ ਦ੍ਰਿਸ਼ ਇੱਕ ਜ਼ਿਆਦਾ ਪੇਸ਼ ਕਰਦੀ ਹੈ। ਇੱਕ ਸੀਨ ਜਿਹੜਾ ਹੈ, ਐਕਚੁਅਲੀ ਕਈ ਲੋਕ ਇਹਨੂੰ ਮਹਿਸੂਸ ਕਰਨਗੇ ਕਿ ਹਾਂ ਬਈ, ਸਾਡੇ ਵਾਸਤੇ ਸਾਡਾ ਦੇਸ਼, ਸਾਡੇ ਬੱਚਿਆਂ ਵਾਸਤੇ ਬੱਚਿਆਂ ਦਾ ਦੇਸ਼ ਹੈ। ਇਹ ਕਿਵੇਂ ਹੋ ਗਿਆ? ਇਹਨਾਂ ਦੋਵਾਂ ਦੇ ਵੱਖਰੇ ਵੱਖਰੇ ਕਿਵੇਂ ਹੋ ਗਏ? ਸੰਤੋਖ ਸਿੰਘ ਧੀਰ ਜੀ ਦੀ ਲਿਖੀ ਹੋਈ ਇਹ ਕਹਾਣੀ ਆਪਣਾ ਦੇਸ਼। ਆਪਣੇ ਮਾਤਾ ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆ 16 ਵਰ੍ਹੇ ਹੋ ਚੁੱਕੇ ਸੀ ਤੇ ਇਹਨਾਂ 16 ਵਰ੍ਹਿਆਂ ਵਿੱਚ ਉਹ ਇੱਕ ਵਾਰ ਵੀ ਆਪਣੇ ਦੇਸ਼ ਭਾਰਤ ਵਿੱਚ ਨਹੀਂ ਸੀ ਗਏ। ਇੱਕ ਦੀ ਉਮਰ 1 ਸਾਲ ਸੀ ਤੇ ਦੂਜੇ ਦੀ 2 ਸਾਲ ਜਦੋਂ ਉਹ ਉੱਥੋਂ ਆਏ ਸੀ। ਹੁਣ ਉਹ ਭਾਰਤ ਜਾਣ ਵਾਲੇ ਸੀ। ਇਸ ਲਈ ਉਹ ਭਾਰਤ ਨੂੰ ਕੁਝ ਇਉਂ ਦੇਖ ਰਹੇ ਸੀ ਜਿਵੇਂ ਕੋਈ ਵਿਦੇਸ਼ੀ ਜਾਂ ਅਨੋਪੜ ਦੇਖਦਾ ਹੋਵੇ। ਉਹਨਾਂ ਲਈ ਭਾਰਤ ਆਪਣਾ ਨਹੀਂ, ਕਿਸੇ ਹੋਰ ਦਾ ਦੇਸ਼ ਲੱਗ ਰਿਹਾ ਸੀ ਉਹਨਾਂ ਬੱਚਿਆਂ ਨੂੰ, ਜਿਹੜੇ ਕਿ ਹੁਣ 16-17 ਸਾਲ ਦੀ ਉਮਰ ਦੇ ਵਿੱਚ ਸੀ। ਉਹਨਾਂ ਦਾ ਦੇਸ਼ ਤਾਂ ਕੈਨੇਡਾ ਸੀ। ਸਨ ਉਹ ਭਾਵੇਂ ਪੰਜਾਬੀ ਤੇ ਸਿੱਖ ਮਾਤਾ ਪਿਤਾ ਦੇ ਜੰਮੇ ਜਾਏ। ਪਿਤਾ ਦਾ ਨਾਮ ਹੈ ਨਿਰੰਜਨ ਸਿੰਘ। ਨਿਰੰਜਨ ਸਿੰਘ ਉਹਨਾਂ ਦਾ ਪਿਤਾ ਜਾਣ ਬੁੱਝ ਕੇ ਉਹਨਾਂ ਨੂੰ ਹੁਣ ਇੰਡੀਆ ਲੈ ਕੇ ਆਇਆ ਸੀ, ਇਸ ਲਈ ਕਿ ਉਹ ਆਪਣੇ ਦੇਸ਼ ਨੂੰ ਦੇਖ ਸਕਣ, ਕਿਉਂਕਿ ਉਹਨਾਂ ਨੇ ਤਾਂ ਇੰਡੀਆ ਉੱਕਾ ਹੀ ਨਹੀਂ ਸੀ ਦੇਖਿਆ ਹੋਇਆ। ਕੀ ਸੂਝ ਸੀ ਵਿਚਾਰਿਆਂ ਨੂੰ, ਉਹਨਾਂ ਨੂੰ ਜਦੋਂ ਉੱਥੇ ਗਏ ਸੀ, ਜਦੋਂ ਕੈਨੇਡਾ ਲੈ ਆਏ ਸੀ। ਬਸ ਉਹਨਾਂ ਦਾ ਜਨਮ ਹੀ ਇੰਡੀਆ ਹੋਇਆ ਸੀ, ਇਸ ਤੋਂ ਬਿਨਾਂ ਹੋਰ ਸੰਬੰਧ ਕੋਈ ਨਹੀਂ। ਵਰਾ 2 ਵਰ੍ਹੇ ਦੇ ਬਾਲ ਤਾਂ ਸੀ ਉਹ ਉਸ ਵੇਲੇ। ਕੀ ਲਗਾਓ ਹੋ ਸਕਦਾ ਸੀ ਉਹਨਾਂ ਨੂੰ ਇਸ ਧਰਤੀ ਦੇ ਨਾਲ ਜਿੱਥੇ ਪਹੁੰਚੇ, ਇੰਡੀਆ ਦਿਖਾਉਣ ਲਈ ਲੈ ਕੇ ਗਏ ਹੋਏ। ਉਹਨਾਂ ਦਾ ਲਗਾਓ ਤਾਂ ਕੈਨੇਡਾ ਦੀ ਧਰਤੀ ਨਾਲ ਸੀ, ਕੈਨੇਡਾ ਦੇ ਬਿਰਛ ਬੂਟਿਆਂ ਨਾਲ, ਉੱਥੋਂ ਦੇ ਵਾਤਾਵਰਨ ਦੀ ਉਹਨਾਂ ਨੂੰ ਸਮਝ ਸੀਗੀ। ਕੈਨੇਡਾ ਵਿੱਚ ਘਰ 'ਚ ਪੰਜਾਬੀ ਬੋਲੀ ਜਾਂਦੀ ਸੀ। ਇਹ ਪੰਜਾਬੀ ਬੋਲ ਇਹਨਾਂ ਦੇ ਕੰਨਾਂ ਵਿੱਚ ਪੈਂਦੇ ਸੀ, ਪਰ ਬੋਲਣ ਵੇਲੇ ਇਹਨਾਂ ਦੇ ਉਚਾਰਨ ਉਹ ਨਹੀਂ ਹੁੰਦੇ ਸੀ ਜੋ ਉਹਨਾਂ ਦੇ ਮਾਤਾ ਪਿਤਾ ਜਾਂ ਦਾਦੇ ਦਾਦੀ ਦੇ ਹੁੰਦੇ ਸੀ। ਉਹਨਾਂ ਦੇ ਪੰਜਾਬੀ ਲਫ਼ਜ਼ ਮੱਲੋ ਮੱਲੀ ਅੰਗਰੇਜ਼ੀ ਲਬੋ ਲਹਿਜੇ ਵਾਲੇ ਹੋ ਜਾਂਦੇ ਸੀ। ਉਹ ਮੇਜ਼ ਨਹੀਂ ਕਹਿ ਸਕਦੇ ਸੀ, ਟੇਬਲ ਆਖ ਦਿੰਦੇ ਸੀ। ਪੁਸਤਕ ਜਾਂ ਕਿਤਾਬ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ। ਕੇਵਲ ਬੁੱਕ ਆਖਣ ਨਾਲ ਉਹਨਾਂ ਨੂੰ ਸਮਝ ਪੈ ਜਾਂਦੀ ਸੀ। ਬੂਹਾ ਬਾਰੀ ਤਾਂ ਉੱਕਾ ਹੀ ਸਮਝ ਨਹੀਂ ਸਕਦੇ ਸੀ। ਉਹਨਾਂ ਲਈ ਇਹ ਡੋਰ ਤੇ ਵਿੰਡੋ ਹੀ ਹੋ ਸਕਦੇ ਸੀ। ਵਿੰਡੋ ਵੀ ਫਿਰ ਵਿੰਡੋ ਨਹੀਂ, ਉਹਨਾਂ ਲਈ ਇਹ ਵਿੰਡਾਂ ਹੋ ਗਈਆਂ। ਜਿਵੇਂ ਯੈਸ ਨਹੀਂ, ਉਹਨਾਂ ਲਈ ਯਾ ਇੰਨਾ ਹੀ ਰਹਿ ਗਿਆ ਸੀ। ਅੰਗਰੇਜ਼ੀ ਉਹ ਬਹੁਤ ਸੋਹਣੀ ਬੋਲ ਲੈਂਦੇ ਸੀ, ਸਥਾਨਕ ਬੋਲ ਸਕਦੇ ਸੀ, ਪੰਜਾਬੀ ਨਹੀਂ। ਪੰਜਾਬੀ ਉਹ ਇੱਦਾਂ ਬੋਲਦੇ ਸੀ ਜਿਵੇਂ ਕੋਈ ਵਿਦੇਸ਼ੀ ਮਾੜਾ ਮੋਟਾ ਸਿੱਖ ਸੁੱਖ ਲੈਂਦਾ, ਫਿਰ ਉੱਦਾਂ ਬੋਲੀ ਜਾਣ। ਨਿਰੰਜਨ ਸਿੰਘ ਪੜ੍ਹਿਆ ਲਿਖਿਆ ਸੂਝਵਾਨ ਵਿਅਕਤੀ ਸੀ, BA B.Ed ਪਾਸ, ਤੇ ਇੱਧਰ ਉਹ ਪੰਜਾਬ ਵਿੱਚ ਟੀਚਰ ਲੱਗਿਆ ਹੁੰਦਾ ਸੀਗਾ। ਖੱਬੇ ਪੱਖੀ ਜਾਗਰਤ ਵਿਚਾਰਧਾਰਾ ਦਾ ਧਾਰਨੀ, ਹੇਠਲੀ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦਾ ਜੰਮਪਲ। ਮੋਗੇ ਵੱਲ ਸੀ ਪਿੰਡ ਉਹਦਾ। ਗੁਜ਼ਾਰਾ ਮਾੜਾ ਨਹੀਂ ਸੀ, ਪਰ ਹੋਰ ਵੀ ਚੰਗੇ ਜੀਵਨ ਲਈ ਉਹ ਇੱਥੋਂ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਸੀ ਤੇ ਅੱਜ ਕੱਲ੍ਹ ਉਹ ਉੱਥੇ ਵੈਨਕੂਵਰ ਵਿੱਚ ਹੀ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਆਪ ਤਾਂ ਉਹ ਪੂਰਾ ਪੰਜਾਬੀ ਤੇ ਭਾਰਤੀ ਸੀ, ਪਰ ਉਹਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਜਿਹੀ ਰਹਿੰਦੀ ਸੀ ਕਿ ਉਹ ਵੀ ਉਹਦੇ ਵਾਂਗ ਵੀ ਪੰਜਾਬੀ ਭਾਰਤੀ ਹੋਣ। ਇਹ ਸਮੱਸਿਆ ਭਾਵੇਂ ਉਸ ਇਕੱਲੇ ਦੀ ਨਹੀਂ ਸੀ, ਸਾਰੇ ਉਹਨਾਂ ਪੰਜਾਬੀਆਂ ਤੇ ਭਾਰਤੀਆਂ ਦੀ ਸਾਂਝੀ ਸੀ ਜੋ ਉਸ ਵਾਂਗ ਹੀ ਇੱਥੋਂ ਜਾ ਕੇ ਇੰਗਲੈਂਡ, ਅਮਰੀਕਾ, ਕੈਨੇਡਾ ਵਸੇ ਹੋਏ ਸੀ। ਤਾਂ ਵੀ
ਜਿਵੇਂ ਉਹਨੂੰ ਇਹ ਕੁਝ ਬਹੁਤ ਹੀ ਮਹਿਸੂਸ ਗੱਲ ਹੁੰਦੀ ਸੀਗੀ। ਉਹਨੂੰ ਪਤਾ ਸੀ ਕਿ ਆਪਣੀ ਬੋਲੀ ਤੇ ਸੱਭਿਆਚਾਰ ਦੀ ਕੀ ਮਹੱਤਤਾ ਹੁੰਦੀ ਆ। ਇਹਨਾਂ ਬਿਨਾਂ ਤਾਂ ਜਿਵੇਂ ਬੰਦਾ ਉੱਕਾ ਕੁਝ ਵੀ ਹੈ ਹੀ ਨਹੀਂ। ਇਸੇ ਕਰਕੇ ਹੀ ਉਹ ਆਪਣੇ ਦੋਹਾਂ ਜਵਾਨ ਮੁੰਡਿਆਂ ਨੂੰ ਇੰਡੀਆ ਲੈ ਕੇ ਗਿਆ ਸੀ। ਗੱਲਬਾਤ ਅਸੀਂ ਜਾਰੀ ਰੱਖਾਂਗੇ, ਇਸ ਕਹਾਣੀ ਨੂੰ ਅਸੀਂ ਕੰਟੀਨਿਊ ਰੱਖਾਂਗੇ। ਤੁਸੀਂ ਜੇਕਰ ਹੁੰਗਾਰਾ ਭਰਨਾ ਹੋਵੇ ਤਾਂ ਨਾਲ ਮੈਸੇਜ ਭੇਜ ਸਕਦੇ ਹੋ, ਨਹੀਂ ਤਾਂ ਫਿਰ ਇਹਦੇ ਅੰਤ ਦੇ ਵਿੱਚ ਤੁਹਾਡੇ ਮੈਸੇਜਸ ਮੈਂ ਪੜ੍ਹ ਦਿਆਂਗੀ। ਨੰਬਰ 4032861067 4032861067 ਹੈ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਮੈਕਨਾਈਟ ਫਿਜ਼ੀਓਥੈਰੇਪੀ ਵੱਲੋਂ। ਇਹ ਫਿਜ਼ੀਓਥੈਰੇਪੀ ਮਸਾਜ, ਕਾਇਰੋਪ੍ਰੈਕਟਰ, ਕਸਟਮ ਆਰਥੋਟਿਕਸ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਵਰਕਪਲੇਸ ਇੰਜਰੀ ਐਂਡ ਐਕਸੀਡੈਂਟ ਕੇਸਿਸ ਲਈ ਵੀ ਟ੍ਰੀਟਮੈਂਟ ਪ੍ਰੋਵਾਈਡ ਕਰਦੇ ਆ। ਡਾਇਰੈਕਟ ਬਿਲਿੰਗ ਟੂ ਆਲ ਇੰਸ਼ੋਰੈਂਸ ਕੰਪਨੀਜ਼ 5424 ਫਾਲਸ ਬ੍ਰਿਜ ਡਰਾਈਵ ਨਾਰਥ ਈਸਟ। ਮੈਕਨਾਈਟ ਵਾਲੇ ਸ਼ਾਪਰਸ ਦੇ ਨਾਲ ਇਹ ਲੋਕੇਟਡ ਨੇ। ਅਪਾਇੰਟਮੈਂਟ ਲਈ ਕਾਲ ਕਰਨਾ 4032809888। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਰੋਸ਼ਨੀ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕਹਾਣੀ ਮੈਂ ਸੁਣਾ ਰਹੀ ਹਾਂ ਆਪਣਾ ਦੇਸ਼, ਸੰਤੋਖ ਸਿੰਘ ਧੀਰ ਜੀ ਦੀ ਲਿਖੀ ਹੋਈ। ਨਿਰੰਜਨ ਸਿੰਘ ਆਪਣੇ ਦੋਹਾਂ ਮੁੰਡਿਆਂ ਨੂੰ ਇੰਡੀਆ ਲੈ ਕੇ ਗਿਆ ਸੀਗਾ। ਜਦੋਂ ਤਾਂ ਉਹ ਕੈਨੇਡਾ ਗਏ ਸੀਗੇ ਉਦੋਂ ਬੱਚੇ 1 ਸਾਲ ਦਾ ਇੱਕ ਸੀਗਾ ਤੇ ਦੂਜਾ ਮੁੰਡਾ 2 ਸਾਲ ਦਾ, ਤੇ ਹੁਣ 16 ਸਾਲਾਂ ਬਾਅਦ ਗਏ ਇੰਡੀਆ ਨੂੰ। ਕੰਮਕਾਜ, ਸੈਟਲਮੈਂਟ, ਇਸ ਚੱਕਰ 'ਚ ਵਾਪਸ ਜਾਣਾ ਹੀ ਨਹੀਂ ਸੀ ਹੋਇਆ। ਪਰ ਜਿਵੇਂ ਜਿਵੇਂ ਮੁੰਡੇ ਵੱਡੇ ਹੋ ਰਹੇ ਸੀਗੇ ਉਹਨੂੰ ਫਿਕਰ ਜੀ ਵਧਣ ਲੱਗੀ ਕਿ ਇਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਜੇ ਉੱਥੇ ਗਏ ਹੀ ਨਾ। ਉਹ ਭਾਵੇਂ ਇੱਥੇ ਰਹਿੰਦੇ, ਕੈਨੇਡਾ ਰਹਿੰਦੇ, ਬਹੁਤ ਕੋਸ਼ਿਸ਼ ਕਰਦਾ ਸੀਗਾ ਕਿ ਉਹਨਾਂ ਨੂੰ ਆਪਣੇ ਕਲਚਰ, ਰੂਟਸ ਦੇ ਬਾਰੇ ਪਤਾ ਹੋਵੇ, ਕਿੱਥੋਂ ਆਏ ਨੇ, ਕਿਸ ਤਰ੍ਹਾਂ ਦੀਆਂ ਗੱਲਾਂ ਨੇ ਉੱਥੇ ਦੀਆਂ। ਸੋ ਉਹ ਬੱਚਿਆਂ ਨੇ ਸਿਰਫ ਸੁਣੀਆਂ ਹੀ ਸੀ ਤੇ ਬਸ ਆਪਣੇ ਮਨ ਦੇ ਵਿੱਚ ਕੁਝ ਤਸਵੀਰਾਂ ਹੀ ਬਣਾਈਆਂ ਸੀ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਸੁਣਦਿਆਂ ਹੋਇਆਂ। ਸੋ ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਫਿਰ ਅੱਗੇ ਕਿਸ ਤਰ੍ਹਾਂ ਇਹ ਗੱਲ ਬਣਦੀ ਹੈ, ਕਹਿੰਦੇ ਕਿ ਵੀ ਠੀਕ ਹੀ ਕੈਨੇਡਾ ਵਿੱਚ ਉਹ ਇਹਨਾਂ ਆਪਣੇ ਪੁੱਤਰਾਂ ਨੂੰ ਸਭ ਕੁਝ ਦੱਸਦਾ ਹੁੰਦਾ ਸੀ, ਭਾਰਤ ਜਾਂ ਪੰਜਾਬ ਬਾਰੇ ਜੋ ਜੋ ਜ਼ਰੂਰੀ ਗੱਲਾਂ ਸੀ। ਰਮਾਇਣ, ਮਹਾਭਾਰਤ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਉਹਨਾਂ ਨੂੰ ਦੱਸਦਾ ਹੁੰਦਾ ਸੀ, ਤੇ ਪੰਜਾਬ ਦੇ ਦਰਿਆਵਾਂ ਬਾਰੇ ਵੀ ਉਹਨੇ ਬਹੁਤ ਗੱਲਾਂ ਕੀਤੀਆਂ ਸੀ। ਇੱਦਾਂ 5 ਹੁੰਦੇ ਸੀ, ਫਿਰ ਇੱਦਾਂ ਦੇਸ਼ ਦੀ ਵੰਡ ਹੋਈ। ਉਹ ਪਾਕਿਸਤਾਨ ਜੋ ਪਹਿਲਾਂ ਹਿੰਦੁਸਤਾਨ ਹੀ ਹੁੰਦਾ ਸੀਗਾ, ਫਿਰ ਵੰਡ ਹੋ ਗਈ, ਫਿਰ ਵੱਖ-ਵੱਖ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਉਹਨਾਂ ਨੇ ਕਰਨੇ ਜਦੋਂ ਉਹ ਵੈਨਕੂਵਰ ਗੁਰਦੁਆਰੇ 'ਚ ਜਾਂਦੇ ਹੁੰਦੇ ਸੀ। ਬੱਚਿਆਂ ਨੂੰ ਤਾਂ ਵੇਖਣਾ ਰੇਸ਼ਮੀ ਰੁਮਾਲਿਆਂ 'ਚ, ਬੜੀ ਸੁੰਦਰ ਪਾਲਕੀ 'ਚ। ਸੰਡੇ ਨੂੰ ਉਹ ਡੈਡ ਨਾਲ ਬਹੁਤ ਵਾਰ ਵੈਨਕੂਵਰ ਗੁਰਦੁਆਰੇ ਗਏ ਸੀ। ਇਹ ਵੀ ਦੱਸਿਆ ਹੋਇਆ ਸੀ ਕਿ ਆਪਾਂ ਇਸ ਧਰਮ ਨੂੰ ਬਿਲੋਂਗ ਕਰਨ ਵਾਲੇ ਹਾਂ। ਕਈ ਵਾਰੀ ਉਹ ਸਵਾਲ ਅਜਿਹੇ ਪੁੱਛਦੇ ਸੀਗੇ ਜਿੱਤੇ ਉਹਨਾਂ ਦਾ ਬਾਪੂ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੁੰਦਾ ਸੀ। ਗੁਰੂ ਹਰਕ੍ਰਿਸ਼ਨ ਜੀ ਦੀ ਤਸਵੀਰ ਜਿਵੇਂ ਦੇਖੀ ਉਹਨਾਂ ਨੇ, ਡੈਡ ਇਹ ਚਾਈਲਡ ਵੀ ਗੁਰੂ ਜੀ ਸੀ। ਡੈਡ ਹੱਸਿਆ ਵੀ ਤੇ ਨਾਲੇ ਉਹਨੇ ਕਿਹਾ, ਏਦਾਂ ਨਹੀਂ, ਗੁਰੂ ਸਨ ਹੈ ਸਾਡੇ, ਚਾਈਲਡ ਨਾ ਕਹੋ, ਬਾਬਾ ਜੀ ਕਹੋ, ਗੁਰੂ ਮਹਾਰਾਜ ਕਹੋ। ਇਹ ਸਾਡੇ 8ਵੇਂ ਗੁਰੂ ਸਨ। ਨਮਸਕਾਰ ਕਰੋ ਬੇਟਾ, ਨਮਸਕਾਰ ਕਰੋ। ਉਹਨਾਂ ਨੇ ਆਪਣੇ ਹੱਥ ਜੋੜ ਕੇ ਨਮਸਕਾਰ ਕਰਕੇ ਕਿਹਾ, ਇਉਂ ਕਰੋ ਨਮਸਕਾਰ। ਦੱਸਿਆ ਕਿ ਇੱਦਾਂ ਨਮਸਕਾਰ ਕਰੀਦੀ। ਉਹ ਜਿੱਦਾਂ ਬਾਪੂ ਕਰਦਾ ਸੀ ਉਹਨਾਂ ਕੋਲ ਉੱਦਾਂ ਨਹੀਂ ਕਰ ਹੁੰਦੀ ਸੀ। ਰਮਾਇਣ ਤੇ ਮਹਾਭਾਰਤ ਦੇ ਜਿਵੇਂ ਇੰਡੀਆ 'ਚ TV ਸੀਰੀਅਲ ਜਦੋਂ ਬਣ ਚੁੱਕੇ ਸੀਗੇ ਉਦੋਂ ਫਿਰ ਕੈਸਟਾਂ ਵੀ ਆ ਗਈਆਂ ਸੀ ਕੈਨੇਡਾ ਨੂੰ। ਸੋ ਕੈਸਟਾਂ ਦੇ ਨਾਲ VCR ਤੇ ਲਾ ਕੇ ਉਹਨੇ ਦਿਖਾਈਆਂ ਸੀ ਰਮਾਇਣ ਤੇ ਮਹਾਭਾਰਤ, ਤੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਹ ਬੜੇ ਹੈਰਾਨ ਹੁੰਦੇ ਸੀਗੇ ਕਿ ਅੱਛਾ ਵਾਨਰ ਸੇਨਾ ਵੀ ਕੋਈ ਹੁੰਦੀ ਸੀ। ਤੇ ਉਹਨਾਂ ਦੇ ਮਨ 'ਚ ਕਿਤੇ ਇੱਦਾਂ ਦਾ ਵੀ ਸਵਾਲ ਆਇਆ ਕਿ ਉੱਥੇ ਸਾਰੇ ਲੋਕ ਇੱਦਾਂ ਦੇ ਹੁੰਦੇ ਆ। ਉਹ ਕਹਿੰਦੇ ਨਹੀਂ ਨਹੀਂ, ਇਹ ਪਹਿਲਾਂ ਦੀਆਂ ਗੱਲਾਂ ਨੇ। ਬਾਪੂ ਨੇ ਫਿਰ ਐਂ ਸਮਝਾ ਦੇਣਾ। ਨਿਰੰਜਨ ਸਿੰਘ ਨੇ ਨਾ ਇੱਦਾਂ ਦੀਆਂ ਗੱਲਾਂ ਕਰਕੇ ਹੀ ਫਿਰ ਸੋਚਿਆ ਕਿ ਇਹ ਬੱਚੇ ਇੱਥੇ ਹੀ ਜਵਾਨ ਹੁੰਦੇ ਜਾ ਰਹੇ ਆ, ਹੋਰ ਵਰੇ ਲੰਘ ਗਏ ਤਾਂ ਹੋਰ ਵੱਡੇ ਹੋ ਜਾਣਗੇ, ਤੇ ਫੇਰ ਤਾਂ ਇਹ ਉੱਕਾ ਹੀ ਭਾਰਤ ਨੂੰ, ਇੰਡੀਆ ਨੂੰ ਜਾਣ ਜੋਗਾ ਮੂੰਹ ਕਰਨਾ ਹੀ ਨਹੀਂ ਇਹਨਾਂ ਨੇ, ਨਾ ਹੀ ਜਾਣਾ ਹੈ। ਪਰ ਆਪਣੀ ਮਾਤ ਭੂਮੀ ਬਾਰੇ ਪਤਾ ਤਾਂ ਹੋਵੇ ਇਹਨਾਂ ਨੂੰ ਹੁਣ ਭਾਰਤ ਤੇ ਪੰਜਾਬ ਲੈ ਕੇ ਜਾਣਾ ਹੀ ਹੈ। ਮੈਂ ਦਿੱਲੀ ਦੇਖਣ, ਮੋਗਾ ਦੇਖਣ, ਤਾਜ ਦੇਖਣ, ਆਪਣਾ ਪਿੰਡ ਦੇਖਣ, ਅੰਮ੍ਰਿਤਸਰ ਦਰਬਾਰ ਸਾਹਿਬ ਜਾਣਾ, ਉੱਥੇ ਤਾਂ ਅਵਸ਼ ਜਾਣਾ, ਉੱਥੇ ਦਰਸ਼ਨ ਕਰਾਉਣੇ, ਫਿਰ ਅੰਮ੍ਰਿਤਸਰ ਜਾ ਕੇ ਜਲਿਆਂਵਾਲਾ ਬਾਗ ਵੀ ਉਹਨਾਂ ਨੂੰ ਦਿਖਾ ਕੇ ਲਿਆਉਣਾ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਉੱਥੇ ਦਾ। ਤੇ ਉਹ ਉਹਨਾਂ ਨੂੰ ਦਸੰਬਰ ਦੇ ਅੱਧ ਵਿਚਕਾਰ ਜਿਹੇ ਇੰਡੀਆ ਲੈ ਕੇ ਆ ਗਿਆ ਸੀ।
ਹੁਣ ਉਹਨਾਂ ਨੂੰ ਇੱਧਰ ਉੱਧਰ ਪੰਜਾਬ ਤੇ ਹੋਰ ਥਾਈਂ ਸੈਰ ਕਰਾਉਂਦਾ ਫਿਰ ਰਿਹਾ ਸੀ। ਉਹਦੇ ਆਪਣੇ ਪਿੰਡ ਵਿੱਚ ਹੀ ਕਿਸੇ ਕੋਲ ਇੱਕ ਵੈਨ ਸੀਗੀ ਜੋ ਆਪ ਡਰਾਈਵ ਕਰਕੇ ਉਹਨੂੰ ਟੈਕਸੀ ਵਜੋਂ ਉਹ ਆਦਮੀ ਵਾਹੁੰਦਾ ਹੁੰਦਾ ਸੀ। ਉਹਨੇ ਫਿਰ ਗੱਲਬਾਤ ਕਰ ਲਈ, ਸਾਰੇ ਸਮੇਂ ਲਈ ਉਹਨੇ ਉਹ ਪਿੰਡ ਦੀ ਵੈਨ ਕਿਰਾਏ ਤੇ ਲੈ ਲਈ। ਪੈਸੇ ਦੀ ਫਿਕਰ ਨਹੀਂ ਸੀ, ਕਾਫੀ ਖੁੱਲ੍ਹਾ ਕਰ ਸਕਣ ਦੇ ਜੋਗੇ ਸੀਗੇ ਉਹ। ਇਉਂ ਸਾਲਮ ਕੀਤੀ ਵੈਨ ਸਸਤੀ ਵੀ ਸੀ ਤੇ ਸੁਖਦਾਇਕ ਵੀ, ਜਿਵੇਂ ਆਪਣੀ ਹੀ ਗੱਡੀ ਹੋਵੇ। 5 ਜਣੇ ਵੈਨ 'ਚ ਹੋ ਗਏ, 3 ਉਹ ਆਪ ਸੀਗੇ, 2 ਮੁੰਡੇ, ਇੱਕ ਉਹ ਆਪ, ਇੱਕ ਆਪਣੇ ਦੋਸਤ ਨੂੰ ਨਾਲ ਰੱਖ ਲਿਆ ਸੀ ਉਹਨੇ, 5ਵਾਂ ਡਰਾਈਵਰ। ਇਸ ਸਮੇਂ ਉਹ ਆਗਰਾ ਤੋਂ ਦਿੱਲੀ ਵੱਲ ਆ ਰਹੇ ਸੀ ਤੇ ਅੱਜ ਰਾਤ ਦਿੱਲੀ ਹੀ ਇੱਕ ਦੋਸਤ ਕੋਲ ਰਹਿਣਾ ਸੀ ਜੋ ਕਿ ਮੈਂਬਰ ਪਾਰਲੀਮੈਂਟ ਸੀਗਾ। ਜਨਵਰੀ ਦਾ ਪਹਿਲਾ ਹਫ਼ਤਾ ਅੰਤ ਨੂੰ ਛੂ ਰਿਹਾ ਸੀਗਾ ਤੇ ਇਸ ਸਮੇਂ ਸ਼ਾਮ ਰਾਤ ਦੀਆਂ ਜੂਹਾਂ ਵੱਲ ਵੱਧ ਰਹੀ ਸੀ। ਅਚਾਨਕ ਉਹਨਾਂ ਸੋਚਿਆ ਕਿ ਉਂਝ ਹੀ ਜਾ ਵੱਜਣ ਦੀ ਥਾਂ ਪਾਰਲੀਮੈਂਟ ਦੇ ਮੈਂਬਰ ਦੇ ਘਰ ਫੋਨ ਕਰਕੇ ਪੁੱਛ ਤਾਂ ਲਈਏ ਕਿ ਭਾਈ ਘਰ ਵੀ ਹੈ, ਘਰ ਹੋਵੇ ਤਾਂ ਠੀਕ ਹੈ, ਨਹੀਂ ਤੇ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਉਹੀ ਉਹ ਗੱਲ ਹੋਈ ਸੀ। ਉਹਨਾਂ ਜਦੋਂ STD ਤੋਂ ਕਿਤੇ ਫੋਨ ਕੀਤਾ, ਫਿਰ MP ਸਾਹਿਬ ਦੇ ਬਾਰੇ ਪਤਾ ਲੱਗਿਆ ਉਹ ਤਾਂ ਹੈ ਨਹੀਂ, ਮਦਰਾਸ ਗਏ ਹੋਏ ਆ, ਕੱਲ ਵਾਪਸ ਆਉਣਗੇ। ਉਹਨਾਂ ਬਿਨਾਂ ਘਰ ਰਹਿਣ ਦਾ ਕੋਈ ਵੀ ਮਤਲਬ ਨਹੀਂ ਸਮਝਿਆ ਉਹਨਾਂ ਨੇ ਤੇ ਫਿਰ ਉਹਨਾਂ ਨੇ ਕਿਹਾ ਕਿ ਕੁਝ ਹੋਰ ਇੰਤਜ਼ਾਮ ਕਰ ਦੇ। ਤਦੇ ਉਹਦੇ ਦੋਸਤ ਨੇ ਇੱਕ ਹੋਰ ਪਾਸੇ ਵੱਲ ਰਿੰਗ ਘੁਮਾਈ। ਉਹਦਾ ਇੱਕ ਜਿਗਰੀ ਦੋਸਤ ਰੋਹਿਣੀ ਵਿਖੇ ਰਹਿੰਦਾ ਸੀਗਾ ਦਿੱਲੀ 'ਚ, ਜਿਸ ਦਾ ਆਪਣਾ ਘਰ ਸੀ ਤੇ ਬੜੇ ਹੀ ਮਹਿਮਾਨ ਨਵਾਜ਼ ਸੀ। ਉਸ ਨੂੰ ਉਹ ਦੋਸਤ ਘਰ ਹੀ ਮਿਲ ਗਿਆ। ਕਿਹਾ ਗਿਆ ਕਿ 5 ਜਣੇ ਉਸ ਕੋਲ ਆ ਰਹੇ ਆ ਤੇ ਉਸ ਕੋਲ ਹੀ ਰਹਾਂਗੇ, ਵੈਨ ਉੱਤੇ ਆ ਰਹੇ ਆ। 5 ਬਾਰੇ ਵੀ ਸਾਰ ਵਿਸਤਾਰ ਦੇਤੀ ਤੇ ਦੱਸਿਆ ਕਿ 3 ਜਣੇ ਕੈਨੇਡਾ ਤੋਂ ਆਏ ਹੋਏ ਆ, ਇੱਕ ਡਰਾਈਵਰ ਹੈ ਤੇ ਇੱਕ ਮੈਂ ਆਪ। ਘੰਟੇ ਸਵਾ ਘੰਟੇ ਤੱਕ ਉਹ ਉਹਦੇ ਕੋਲ ਜਾ ਪੁੱਜੇ। ਇੱਕ ਹੋਰ ਦੋਸਤ ਵੀ ਪੰਜਾਬ ਤੋਂ ਆਇਆ ਹੋਇਆ ਸੀ ਜੋ ਸ਼ਾਮੀ 5 ਵਜੇ ਨਾਲ ਹੀ ਉਸ ਕੋਲ ਪੁੱਜ ਗਿਆ। ਚਲੋ ਠੀਕ ਹੋ ਗਿਆ, ਮੇਜ਼ਬਾਨ ਖੁਸ਼ ਸੀ, ਮਹਿਫਿਲ ਜਿਹੀ ਬਣ ਗਈ। ਡਰਾਇੰਗ ਰੂਮ 'ਚ ਸਾਰੇ ਹੀ ਦੀਵਾਨ ਤੇ ਸੋਫਿਆਂ ਤੇ ਇੱਧਰ ਉੱਧਰ ਹੋ ਕੇ ਆਪਣੀ ਆਪਣੀ ਥਾਂ ਲੈ ਕੇ ਬਹਿ ਗਏ। ਸਫ਼ਰ ਨਾਲ ਥੱਕੇ ਹੋਏ ਸੀਗੇ, ਪਰ ਮੁੰਡੇ ਦੋਵੇਂ ਥੋੜਾ ਜ਼ਿਆਦਾ ਹੀ ਮੁਰਝਾਏ ਲੱਗਦੇ ਸੀ। ਜਾਪਦਾ ਸੀ ਜਿਵੇਂ ਉਹਨਾਂ ਦਾ ਮਨ ਇੱਥੇ ਲੱਗਦਾ ਹੀ ਨਹੀਂ ਸੀ ਪਿਆ। ਇਸ ਸਮੇਂ ਉਹ ਕਿਸੇ ਹੋਰ ਹੀ ਥਾਂ ਗਏ ਲੱਗਦੇ ਸੀ। ਬੈਠੇ ਸੀ ਚੁੱਪ-ਚਾਪ, ਗੁੰਮ-ਸੁੰਮ ਜੇ ਚੁੱਪ-ਚਾਪ ਬੈਠੇ। ਉਹ ਖਾਲੀ ਅੱਖਾਂ ਨਾਲ ਕੰਧਾਂ ਵੱਲ ਤੇ ਕਦੇ ਇੱਧਰ ਉੱਧਰ ਬਿਟ ਤੱਕੀ ਜਾਣ, ਜਿਵੇਂ ਉਹਨਾਂ ਕੋਲੋਂ ਕੁਝ ਗਵਾਚ ਗਿਆ ਹੁੰਦਾ ਤੇ ਉਹ ਦੋਵੇਂ ਮੁੰਡੇ ਕੁਝ ਲੱਭ ਰਹੇ ਹੋਣ। ਹੁਣ ਮੇਜ਼ਬਾਨ ਨੇ ਚਾਹ ਪੁੱਛੀ। ਚਾਹ ਦਾ ਸਮਾਂ ਨਹੀਂ ਸੀ ਵੈਸੇ, ਪਰ ਫੇਰ ਵੀ ਉਹਨੇ ਪੁੱਛੀ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਰਾਹ ਚੋਂ ਹੀ ਪੀ ਲਈ ਸੀ। ਕੌਫੀ ਬਾਰੇ ਪੁੱਛਿਆ, ਕੌਫੀ ਨੂੰ ਵੀ ਮਨਾ ਕਰਤਾ। 9 ਸਵਾ 9 ਹੋਏ ਪਏ ਸੀ ਇਸ ਸਮੇਂ ਰਾਤ ਦੇ, ਤੇ ਫਿਰ ਰੋਟੀ ਦੀ ਵੀ ਗੱਲ ਬਣਦੀ ਸੀ। ਬਸ ਖਾਣਾ ਸੀ, ਸੋ ਖਾਣਾ ਖਾ ਲਿਆ ਜਾਏਗਾ। ਮੇਜ਼ਬਾਨ ਕੋਲ ਵਧੀਆ ਬਾਹਰ ਦੀ ਵਿਸਕੀ ਆਈ ਪਈ ਸੀ, ਆਪ ਤਾਂ ਪੀਂਦਾ ਨਹੀਂ ਸੀ। ਉਹ ਆਏ ਗਏ ਦੇ ਮੂਹਰੇ ਰੱਖ ਦਿੰਦਾ ਸੀਗਾ ਸੇਵਾ ਲਈ। ਸੋ ਮੇਜ਼ ਉੱਤੇ ਕੱਚ ਦੇ ਗਲਾਸ, ਵਿਸਕੀ ਸੁਨਹਿਰੀ ਬੋਤਲ ਵਾਲੀ ਰੱਖੀ ਗਈ, ਆਂਡੇ ਵੀ ਬਣ ਕੇ ਆ ਗਏ, ਸਲਾਦ ਤੇ ਨਾਲ ਸੇਬ ਕੱਟ ਕੇ ਆ ਗਿਆ। ਕਿਚਨ 'ਚੋਂ ਅੰਦਰੋਂ ਸਾਰੀ ਸੇਵਾ ਭੇਜੀ ਜਾ ਰਹੀ ਸੀ ਬਾਹਰ ਨੂੰ। ਤਿਆਰ ਹੋਣ ਲੱਗ ਗਿਆ ਖਾਣਾ ਵੀ। ਮੁੰਡੇ ਇੰਡੀਆ ਆਏ ਐ, ਇੰਡੀਆ ਦੀ ਦਾਲ ਸਬਜ਼ੀ, ਇੰਡੀਆ ਦੀ ਮਿੱਠੀ ਡਿਸ਼, ਇੰਡੀਆ ਦੇ ਫਲ ਫਰੂਟ ਖਾਓਗੇ। ਪਰ ਇਹ ਜਾਣ ਕੇ ਹੈਰਾਨੀ ਹੋਈ ਕਿ ਮੁੰਡੇ ਕਿਸੇ ਵੀ ਚੀਜ਼ ਨੂੰ ਮੂੰਹ ਹੀ ਨਹੀਂ ਸੀ ਕਰ ਰਹੇ। ਠੀਕ ਹੈ, ਸਿਆਲ ਸੀ, ਤਰੇ ਦੇ ਦਿਨ ਨਹੀਂ ਸੀ, ਤਾਂ ਵੀ ਸਭ ਨੂੰ ਆਉਂਦਿਆਂ ਹੀ ਕੱਚ ਦੇ ਗਲਾਸਾਂ 'ਚ ਪਾਣੀ ਦਿੱਤਾ ਗਿਆ ਸੀ ਤੇ ਸਭ ਨੇ ਥੋੜਾ ਪਾਣੀ ਪੀ ਵੀ ਲਿਆ ਸੀ। ਪਰ ਇਹਨਾਂ ਦੋਹਾਂ ਮੁੰਡਿਆਂ ਨੇ ਪਾਣੀ ਵੀ ਨਹੀਂ ਪੀਤਾ। ਕਿਹਾ ਗਿਆ ਕਿ ਇਹ ਇੱਥੋਂ ਦਾ ਪਾਣੀ ਨਹੀਂ ਪੀਂਦੇ ਨਾ, ਬਿਮਾਰ ਹੋਣ ਤੇ ਡਰ ਤੋਂ ਪਾਣੀ ਨਹੀਂ ਪੀਂਦੇ। ਮੇਜ਼ਬਾਨ ਨੇ ਆਖਿਆ ਕਿ ਹੁਣੇ ਸੋਡਾ ਆ ਜਾਂਦਾ, ਕੋਕਾ ਕੋਲਾ ਮੰਗਾ ਲੈਣੇ, ਲੈ ਥੰਬਸ ਅਪ ਵੀ ਮਿਲਦੀ ਸਾਡੇ ਇੱਥੇ। ਨਹੀਂ, ਇਹਨਾਂ ਨੂੰ ਉਹਦੀ ਵੀ ਲੋੜ ਨਹੀਂ। ਇਹਨਾਂ ਫਿਰ ਪੀਣਾ ਕੀ ਹੈ? ਬੜੀ ਅਜੀਬ ਗੱਲ ਹੈ, ਕੁਝ ਵੀ ਨਹੀਂ ਪੀਂਦੇ ਮੁੰਡੇ। ਮੇਜ਼ਬਾਨ ਹੈਰਾਨ ਹੋਈ ਜਾਵੇ, ਆਖਰ ਪੀਂਦੇ ਕੀ ਹੈ ਫਿਰ ਨਾ ਹੋਸਟ ਨੇ ਆਪ ਹੀ ਪੁੱਛਿਆ, ਕਾਕਾ ਤੁਸੀਂ ਫਿਰ ਕੁਝ ਪੀ ਲਓ। ਉਹ ਫਿਰ ਕੁਝ ਨਹੀਂ ਬੋਲੇ ਮੁੰਡੇ। ਦੂਜੀ ਵਾਰੀ ਫੇਰ ਆਖਿਆ, ਫੇਰ ਵੀ ਪੀ ਲਓਗੇ? ਉਹ ਫੇਰ ਕੁਝ ਨਾ ਬੋਲੇ। ਬਸ ਉਹਨਾਂ ਥੋੜਾ ਜਿਹਾ ਨਾ ਆਖਣ ਲਈ ਸਿਰ ਹਿਲਾਤਾ। ਉਹਨਾਂ ਨੂੰ ਸ਼ਾਇਦ ਕਾਕਾ ਲਫ਼ਜ਼ ਵੀ ਸਮਝ ਪਤਾ ਨਹੀਂ ਆਇਆ ਸੀ ਕਿ ਨਹੀਂ ਆਇਆ ਸੀ। ਸ਼ਾਇਦ ਅਜਿਹੇ ਲਫ਼ਜ਼ ਉਹਨਾਂ ਦੇ ਕੰਨੀ ਪਏ ਹੀ ਨਹੀਂ ਸੀ ਕਦੇ। ਇਹਨਾਂ ਵਿੱਚੋਂ ਜੋ ਖੰਡ ਤੇ ਸ਼ਹਿਦ ਵਰਗੀ ਮਿੱਠਤ ਸੀ ਉਹ ਉਸ ਤੋਂ ਜਾਣੂ ਨਹੀਂ ਸੀ। ਕੌਫੀ ਪੀ ਲਓ? ਨਹੀਂ, ਉਹਨਾਂ ਨੇ ਉਵੇਂ ਹੀ ਨਾ ਕਹਿਣ ਲਈ ਸਿਰ ਹਿਲਾਇਆ।
ਇੰਨਾ ਚੰਗਾ ਚਾਹ ਤੇ ਕੌਫੀ ਉਹਨਾਂ ਨੂੰ ਸਮਝ ਆ ਗਈ ਸੀ। ਖੈਰ ਕੌਫੀ ਤਾਂ ਸਮਝ ਹੀ ਲੈਣਾ ਸੀਗਾ, ਉਹ ਥੋੜੀ ਮੁਸ਼ਕਲ ਸੀਗਾ, ਅੰਗਰੇਜ਼ੀ ਦਾ ਲਫ਼ਜ਼ ਹੈ। ਤਾਂ ਫਿਰ ਉਹ ਖਾਣਗੇ ਕੀ? ਆਖਰ ਕੁਝ ਤਾਂ ਖਾਣਗੇ ਹੀ। ਕਦੇ ਦੱਸਿਆ ਗਿਆ, ਫਿਰ ਦੱਸਿਆ ਉਹਨਾਂ ਦੇ ਬਾਪੂ ਨੇ, ਆਂਡਿਆਂ ਦੇ 1-2 ਸੈਂਡਵਿਚ ਲੈ ਲੈਣਗੇ, ਥੋੜਾ ਸੇਬ ਖਾ ਲੈਣਗੇ, ਪਾਣੀ ਨਹੀਂ ਪੀਣਗੇ। ਕੀ ਪੀਣਗੇ? ਕੁਝ ਵੀ ਨਹੀਂ। ਬੜੀ ਅਜੀਬ ਗੱਲ ਸੀ ਇਹ। ਮੁੰਡੇ ਕਿੱਦਾਂ ਦੇ ਆ? ਇਹ ਤਾਂ ਪਹੇਲੀ ਜਿਹੇ ਬਣੇ ਪਏ ਆ। ਆਖਰ ਕੁਝ ਤਾਂ ਪੀਣਗੇ ਹੀ। ਅਜੀਬ ਲੱਗ ਰਹੀ ਸੀ ਗੱਲ ਉਹਨੂੰ। ਉਹਨਾਂ ਨੂੰ ਉੱਥੇ ਬੈਠਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿ ਮੁੰਡੇ ਬਸ ਦੇਖਦੇ ਸੀ ਕਿ ਇਹ ਸਾਰੇ ਜਣੇ ਕੀ ਗੱਲਾਂ ਕਰਦੇ ਆ, ਪਰ ਉਹਨਾਂ ਦਾ ਮਨ ਉੱਥੇ ਟਿਕਦਾ ਨਹੀਂ ਸੀ। 2 ਜਵਾਨ ਮੁੰਡਿਆਂ ਦਾ ਉਹ ਜਿਵੇਂ ਬੱਧੇ ਰੁੱਧੇ ਜਿਹੇ ਉੱਥੇ ਸਭ ਵਿੱਚ ਬੈਠੇ ਸੀ ਤੇ ਆਪਣੇ ਆਪ 'ਚ ਪੂਰੀ ਤਰ੍ਹਾਂ ਅੱਕ ਥੱਕ ਚੁੱਕੇ ਸੀ। ਇਹਨਾਂ ਦੀਆਂ ਉਣੀਂਦਰੀਆਂ ਤੇ ਥੱਕੀਆਂ ਅੱਖਾਂ ਵਿੱਚ ਲਾਲ ਡੋਰੇ ਦਿਸ ਰਹੇ ਸੀ ਤੇ ਉਹ ਉਬਾਸੀਆਂ ਵੀ ਘੜੀ ਮੁੜੀ ਲੈ ਰਹੇ ਸੀ। ਵਿਸਕੀ ਉਹ ਪੀਂਦੇ ਨਹੀਂ ਸੀ। ਟੀਨੇਜਰ ਹੋਣ ਕਰਕੇ ਉਹਨਾਂ ਨੂੰ ਅਜੇ ਇਸ ਪਾਸੇ ਲਾਇਆ ਨਹੀਂ ਸੀਗਾ। ਬੀਅਰ ਵੀ ਪੀਣੀ ਨਹੀਂ ਸੀ ਉਹਨਾਂ ਨੂੰ। ਉਂਝ ਵੀ ਹੁਣ ਬੀਅਰ ਦਿੱਲੀ ਵਿੱਚ ਨੇੜੇ ਮਿਲਣੀ ਨਹੀਂ ਸੀਗੀ, ਵਰਜਿਤ ਏਰੀਆ ਹੋਣ ਕਰਕੇ। ਖੈਰ ਜੇ ਮਿਲ ਵੀ ਜਾਂਦੀ, ਉਹਨਾਂ ਕਿਹੜਾ ਪੀਣੀ ਸੀ। ਨਾਲੇ ਇੰਡੀਆ ਦੀ ਬੀਅਰ ਨਹੀਂ ਸੀ ਪੀਣੀ ਮੁੰਡਿਆਂ ਨੇ, ਇਹ ਵੀ ਸੋਚਿਆ ਮੇਜ਼ਬਾਨ ਨੇ। ਉਹਨਾਂ ਨੂੰ ਤਾਂ ਕੈਨੇਡਾ ਦਾ ਹੀ ਖਾਣਾ ਪੀਣਾ ਮਾਫਕ ਸੀ। ਸਾਹ ਜ਼ਰੂਰ ਇੱਥੇ ਦੀਆਂ ਹਵਾਵਾਂ 'ਚ ਲੈ ਰਹੇ ਸੀ। ਇਹ ਵੀ ਉਹਨਾਂ ਦੀ ਮਜਬੂਰੀ ਸੀ ਕਿ ਇੱਥੇ ਦੀ ਹਵਾ 'ਚ ਸਾਹ ਲੈ ਰਹੇ ਸੀ। ਵਸ ਚੱਲਦਾ ਸ਼ਾਇਦ ਉਹ ਇੱਥੇ ਸਾਹ ਵੀ ਲੈਣ ਤੋਂ ਬਚੇ ਹੀ ਰਹਿੰਦੇ। ਇਹੀ ਸੋਚੀ ਗਿਆ ਮੇਜ਼ਬਾਨ ਵੀ, ਜਿਹਦੇ ਕੋਲ ਰੁਕੇ ਹੋਏ ਸੀ ਰਾਤ ਰਹਿਣ ਲਈ। ਉਹ ਵੀ ਦੇਖੇ ਕਿ ਮੁੰਡੇ ਓਪਰਾ ਜਿਹਾ ਮਹਿਸੂਸ ਕਰਦੇ ਆ। ਉਹਨਾਂ ਦੀ ਉਕਤਾਹਟ ਦੇਖ ਮੇਜ਼ਬਾਨ ਨੇ ਆਖਿਆ ਕਿ ਇਹਨਾਂ ਨੂੰ ਉਤਲੇ ਕਮਰੇ 'ਚ ਜਿਹੜਾ ਇਹਨਾਂ ਨੂੰ ਪਹੁੰਚਾ ਦਿਆ, ਉੱਥੇ ਬਹਿ ਜਾਣਗੇ। ਬੈੱਡ ਲੱਗੇ ਹੋਏ ਆ ਉੱਪਰ, ਉਹ ਉੱਪਰ ਰੈਸਟ ਕਰਨ ਚੱਲ ਕੇ। ਇਹਨਾਂ ਨੂੰ ਸੈਂਡਵਿਚ ਤੇ ਹੋਰ ਸਮਾਨ ਜਿਹੜਾ ਉੱਥੇ ਹੀ ਪਹੁੰਚਾ ਦਿਆਂਗੇ, ਇੱਥੇ ਬੋਰ ਹੋ ਰਹੇ ਨੇ। ਇਵੇਂ ਹੀ ਕੀਤਾ ਗਿਆ। ਫਿਰ ਉਸ ਹੋਸਟ ਨੇ ਆਖਿਆ ਕਿ ਕਾਕਾ ਪਾਣੀ ਵੀ ਪੀ ਲਓ, ਸਾਡੇ ਫਿਲਟਰਡ ਪਾਣੀ ਹੈ, ਫਿਲਟਰ ਲੱਗਿਆ ਹੋਇਆ ਸਾਡੇ। ਫਿਲਟਰਡ ਪਾਣੀ ਆਖਣ ਨਾਲ ਉਹਨਾਂ ਨੇ ਪਾਣੀ ਪੀ ਲਿਆ, ਰੱਜ ਕੇ ਪੀਤਾ। ਨਹੀਂ ਤਾਂ ਉਹਨਾਂ ਨੇ ਉਵੇਂ ਹੀ ਬਿਨਾਂ ਪਾਣੀ ਗੁਜ਼ਾਰਾ ਕਰ ਲੈਣਾ ਸੀ। ਸੈਂਡਵਿਚ ਵੀ ਆਂਡਿਆਂ ਵਾਲੇ ਬਣਾ ਕੇ ਦੇ ਦਿੱਤੇ, 2-2 3-3 ਖਾਧੇ ਦੋਵੇਂ ਮੁੰਡਿਆਂ ਨੇ। ਮੁੰਡੇ ਕਲੀਨ ਸ਼ੇਵਨ ਤੇ ਦੋਹਾਂ ਨੇ ਹੀ ਜੀਨਾਂ ਤੇ ਜਰਸੀਆਂ ਪਾਈਆਂ ਹੋਈਆਂ ਸੀ। ਰੰਗ ਗੋਰੇ ਨਹੀਂ ਸੀ, ਕਣਕ ਵੰਨੇ ਭਾਰਤੀ ਸੀ, ਪਰ ਉਂਝ ਕੁਝ ਉਹ ਆਪਣੇ ਆਪ ਨੂੰ ਕਹਾਉਣ ਨੂੰ ਭਾਰਤੀ ਤਾਂ ਨਹੀਂ ਸੀਗੇ, ਕੈਨੇਡੀਅਨ ਅੰਗਰੇਜ਼ ਸੀਗੇ। ਕਲੀਨ ਸ਼ੇਵ ਬਾਪ ਸੀ, ਪਰ ਉਹ ਵਿੱਚੋਂ ਪੂਰਾ ਸੂਰਾ ਭਾਰਤੀ ਪੰਜਾਬੀ ਸੀ। ਉਹਨੂੰ ਆਪਣੇ ਭਾਰਤ ਨਾਲ, ਪੰਜਾਬ ਨਾਲ ਪਿਆਰ ਸੀ। ਉਹਨਾਂ ਦੇ ਉੱਤੇ ਜਾਣ ਪਿੱਛੋਂ ਉਹ ਆਪਣੇ ਬਾਰੇ ਦੱਸਣ ਲੱਗ ਗਿਆ, ਕਿਸ ਤਰ੍ਹਾਂ ਦਾ ਉਹਨੇ ਕੈਨੇਡਾ 'ਚ ਟਾਈਮ ਵੀ ਕੱਢਿਆ ਸੀਗਾ। ਸੋ ਵਿਸਕੀ ਪੀਂਦੇ ਰਹੇ ਦੇਰ ਰਾਤ ਤੱਕ। ਉਹਨਾਂ ਦੇ ਬਾਪ ਨੂੰ ਪੁੱਛਿਆ ਕਿਹੋ ਜਿਹਾ ਲੱਗਿਆ ਫਿਰ ਇਹਨਾਂ ਨੂੰ ਆਪਣਾ ਦੇਸ਼ ਠੀਕ ਲੱਗਿਆ ਇੰਡੀਆ? ਫਿਰ ਉਹਨਾਂ ਨੇ ਜਵਾਬ ਦਿੱਤਾ, ਬਸ ਕਹਿੰਦੇ ਠੀਕ ਹੈ, ਟ੍ਰੈਫਿਕ ਕਹਿੰਦੇ ਬਹੁਤ ਹੈ, ਢੰਗ ਤਰੀਕਾ ਨਹੀਂ ਹੈ ਇੱਥੇ, ਕਦੇ ਗੱਡਾ ਆ ਜਾਂਦਾ ਮੂਹਰੇ, ਕਦੇ ਮੱਝ ਆ ਜਾਂਦੀ ਹੈ ਅੱਗੇ, ਕੱਚੀ ਥਾਂ ਵੀ ਬਹੁਤ ਹੈ, ਸੜਕਾਂ ਚੰਗੀਆਂ ਨਹੀਂ ਹੈ, ਲੋਕੀ ਉੱਚੀ ਬਹੁਤ ਬੋਲਦੇ ਆ। ਤਾਜ ਮਹਿਲ ਦੇਖਿਆ ਉਹਨਾਂ ਨੇ? ਹਾਂ ਉਹ ਦਿਖਾਇਆ। ਕੀ ਕਹਿੰਦੇ ਸੀ ਦੇਖ ਕੇ? ਕਹਿੰਦੇ ਚੰਗਾ ਹੈ। ਬਸ ਕੇਵਲ ਚੰਗਾ ਹੀ ਕਿਹਾ? ਹਾਂ ਬਸ ਇੰਨਾ ਹੀ ਕਿਹਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਗਏ? ਹਾਂ ਉੱਥੇ ਵੀ ਗਏ ਸੀ। ਉਸ ਬਾਰੇ ਕੀ ਕਹਿੰਦੇ? ਉਹ ਵੀ ਕਹਿੰਦੇ ਠੀਕ ਹੈ, ਥੋੜਾ ਬੋਲਦੇ ਆ ਨਾ ਮੇਰੇ ਨਿਆਣੇ। ਯਾਰ ਇਹ ਤਾਂ ਆਪਣੇ ਦੇਸ਼ ਭਾਰਤ ਦੇ ਅਜੂਬੇ ਨੇ, ਇੱਕ ਚੰਨ ਇੱਕ ਸੂਰਜ। ਅਸਲ ਵਿੱਚ ਇਹਨਾਂ ਨੂੰ ਮਹੱਤਤਾ ਦਾ ਪਤਾ ਨਹੀਂ ਹੈ। ਕਹਿੰਦੇ ਨਾਈਸ ਬਿਲਡਿੰਗਸ ਹੈ। ਉਹਨੇ ਥੋੜਾ ਉੱਥੇ ਹੱਸ ਕੇ ਕਿਹਾ। ਸਾਰੇ ਬਾਕੀ ਵੀ ਮੁਸਕਰਾ ਪਏ। ਇਤਿਹਾਸ ਦੱਸ ਦੇਣਾ ਸੀ ਫਿਰ। ਫੋਲੋ ਹੀ ਇਹ ਕਰਦੇ, ਕਿੱਥੇ ਕਰਦੇ ਆ? ਸੁਣਦੇ ਹੀ ਨਹੀਂ। ਇੰਨੇ ਜੋਗੇ ਕਿੱਥੇ ਨੇ? ਅਸਲ 'ਚ ਇਸ ਗੱਲੋਂ ਬਹੁਤ ਹੀ ਪਰੇਸ਼ਾਨ ਆ ਮੈਂ ਚਾਹੁੰਦਾ ਹੈ ਕਿ ਇਹ ਆਪਣੀ ਮਾਤ ਭੂਮੀ ਨਾਲ ਜੁੜਨ, ਆਪਣੇ ਆਪ ਦੀ ਜੜ ਬਾਰੇ ਪਤਾ ਚੱਲੇ। ਪਰ ਜਦੋਂ ਅਸੀਂ ਆਏ ਸਾਂ, ਸਵੇਰ ਵੇਲੇ ਦਿੱਲੀ ਏਅਰਪੋਰਟ ਤੇ ਪੁੱਜੇ ਸੀ ਨਾ, ਜਹਾਜ਼ ਲੈਂਡ ਕਰਨ ਲੱਗਿਆ, ਮੇਰੇ ਮੂੰਹੋਂ ਆਪਣੇ ਆਪ ਹੀ ਨਿਕਲ ਆਇਆ, ਮੇਰੀ ਮਾਤ ਭੂਮੀ ਨਮਸਕਾਰ। ਇਹ ਲਫ਼ਜ਼ ਮੇਰੇ ਮੂੰਹ ਚੋਂ ਨਿਕਲੇ। ਦੋਵੇਂ ਚੁੱਪਚਾਪ ਮੇਰੇ ਵੱਲ ਦੇਖਦੇ ਰਹੇ। ਫਿਰ ਬਾਪੂ ਨੇ ਅੱਗੇ ਆਪਣੀ ਗਾਥਾ ਸੁਣਾਈ। ਫਿਰ ਕਹਿਣ ਲੱਗੇ, ਜਹਾਜ਼ 'ਚ ਜਦੋਂ ਲੱਥੇ, ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਛੋਇਆ ਤੇ ਨਮਸਕਾਰ ਆਖਿਆ, ਪਰ ਫਿਰ ਚੁੱਪ ਦੇ ਚੁੱਪ।
ਫੀਲਿੰਗ ਹੀ ਕੋਈ ਨਹੀਂ ਸੀਗੀ ਇਹਨਾਂ ਨੂੰ। ਸਗੋਂ ਇਉਂ ਦੇਖਣ ਮੇਰੇ ਵੱਲ ਜਿਵੇਂ ਮੈਂ ਕੋਈ ਪੱਥਰ ਯੁੱਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ। ਓਹੋ, ਅਸਲ ਸੇ ਨਰਿੰਜਨ ਸਿਆ ਗੱਲ ਇੱਦਾਂ ਆ ਕਿ ਇਹ ਇੱਥੇ ਦੇ ਦੇਸ਼ ਨਾਲ ਫੈਮੀਲੀਅਰ ਨਹੀਂ ਹੈ ਤੇ ਨਾ ਹੀ ਹੋ ਸਕਦੇ ਆ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ। ਇਹਨਾਂ ਦਾ ਦੇਸ਼ ਕੈਨੇਡਾ ਆ। ਇੱਥੇ ਕੇਵਲ ਜੰਮੇ ਆ। ਜੰਮ ਕੋਈ ਕਿਤੇ ਵੀ ਸਕਦਾ। ਬਚਪਨ ਕਿੱਥੇ ਬੀਤਿਆ, ਕਿਸ ਮਾਹੌਲ 'ਚ ਬੀਤਿਆ, ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ ਪਿਆਰ ਹੋ ਸਕਦਾ। ਸੋ ਇਸ ਵਿੱਚ ਪਰੇਸ਼ਾਨ ਹੋਣ ਦੀ ਕੋਈ ਵੀ ਗੱਲ ਨਹੀਂ ਹੈ। ਤੁਸੀਂ ਪਰੇਸ਼ਾਨ ਨਾ ਹੋਵੋ ਨਰਿੰਜਨ। ਪਰੇਸ਼ਾਨ ਤਾਂ ਹੋਣਾ ਤੁਹਾਨੂੰ ਉੱਕਾ ਹੀ ਨਹੀਂ ਚਾਹੀਦਾ। ਇਹ ਮੁੰਡੇ ਭਾਰਤੀ ਨਹੀਂ, ਨਾ ਹੀ ਓਪਰੇ ਹੋ ਜਾਣੇ ਆ। ਇਉਂ ਹੀ ਫਿਰ ਕਦੇ ਜਾ ਕੇ ਨਸਲਾਂ ਵੀ ਬਦਲ ਜਾਂਦੀਆਂ। ਹੁਣ ਦੇਖ ਲਓ, ਚੰਡੀਗੜ੍ਹ ਨੂੰ ਕਹਿੰਦੇ ਆ ਸਭ ਠੀਕ ਠਾਕ ਹੈ, ਬੜਾ ਸੋਹਣਾ ਆ। ਨਾਲੇ ਚੰਡੀਗੜ੍ਹ ਵਾਲਿਆਂ ਦੀਆਂ ਵੀ ਗੱਲਾਂ ਸੁਣ ਲਓ। ਉਹ ਚੰਡੀਗੜ੍ਹ 'ਚ ਰਹਿਣ ਵਾਲੇ ਨੂੰ ਪਿੰਡ ਜਾ ਕੇ ਰਹਿਣਾ ਪਵੇ ਤਾਂ ਉਹਨਾਂ ਨੂੰ ਔਖ ਹੋ ਜਾਂਦੀ ਹੈ। ਕਿੱਥੇ ਫਲੱਸ਼ ਤੇ ਕਿੱਥੇ ਬਾਹਰ ਖੇਤਾਂ 'ਚ ਜਾਣਾ ਪੈਣਾ ਉਹਨਾਂ ਨੂੰ। ਇੱਕ ਹੋਰ ਗੱਲ ਸੁਣਾਈ ਫਿਰ ਮੇਜ਼ਬਾਨ ਨੇ। ਉਹ ਕਹਿੰਦਾ ਪਿੰਡਾਂ 'ਚ ਰਹਿਣ ਵਾਲਾ ਵੀ ਚੰਡੀਗੜ੍ਹ 'ਚ ਆ ਕੇ ਪਰੇਸ਼ਾਨ ਹੋ ਜਾਂਦਾ। ਇੱਕ ਬੁੜੀ ਬੁੜਾ ਆਪਣੇ ਪੁੱਤਰ ਕੋਲ ਚੰਡੀਗੜ੍ਹ ਰਹਿਣ ਆਏ। ਮਾਈ ਨੂੰ ਚੰਡੀਗੜ੍ਹ ਤਾਂ ਟੱਟੀ ਨਾ ਆਵੇ। ਆਖੇ ਘਰ ਦੇ ਵਿੱਚ ਹੀ, ਹਾਂ ਅਸੀਂ ਤਾਂ ਬਾਹਰ ਜਾਈਦਾ। ਘਰ ਵਾਲੇ ਨੂੰ ਆਖਣ ਲੱਗੀ ਚਲੋ ਜੀ ਚਲੀਏ ਆਪਾਂ ਪਿੰਡ, ਅਸੀਂ ਨਹੀਂ ਰਹਿਣਾ ਇੱਥੇ। ਤੀਜੇ ਦਿਨ ਹੀ ਮੁੜੇ ਆਈ। ਪਰੇਸ਼ਾਨ ਸੀ ਸਿਰਫ ਇਸ ਗੱਲ ਨੂੰ। ਉਹਨਾਂ ਦਾ ਇਹ ਦੇਸ਼ ਨਹੀਂ। ਦੂਜੀ ਗੱਲ ਇਹ ਵੀ ਹੈ, ਦੁਨੀਆ ਸਾਰੀ ਹੀ ਆਪਣੀ ਹੈ। ਸਾਰੇ ਦੇਸ਼ ਆਪਣੇ ਆ। ਦੇਖ ਲਓ ਆ ਹਿੰਦੁਸਤਾਨ 'ਚ ਕਿੱਥੇ ਆਰੀਆ ਆਏ, ਮੁਗਲ ਆਏ, ਪਠਾਨ ਆਏ, ਇੱਥੋਂ ਦੇ ਹੋ ਕੇ ਰਹਿ ਗਏ। ਆਏ ਤਾਂ ਬਾਹਰੋਂ ਸੀਗੇ। ਆਪਣਾ ਬਣੇ, ਆਪਣਾ ਬਣਾ ਰਿਹਾ। ਸੱਭਿਆਚਾਰ ਆਪੋ ਵਿੱਚ ਕੜੰਗੀਆਂ ਪਾ ਰਹੇ ਆ। ਗੱਲ ਤਾਂ ਇਹ ਠੀਕ ਹੈ, ਪਰ ਸੋ ਹੁਣ 11 ਸਾਢੇ 11 ਵੱਜ ਗਏ ਸੀ। ਸੌਣ ਦਾ ਵੇਲਾ ਹੋ ਗਿਆ। ਨਿਰੰਜਨ ਸਿੰਘ ਨੇ ਉੱਤੇ ਆਪਣੇ ਮੁੰਡਿਆਂ ਕੋਲ ਜਾ ਕੇ ਹੀ ਸੌਣਾ ਠੀਕ ਸਮਝਿਆ ਕਿ ਉੱਥੇ ਹੀ ਪੈ ਜਾਓ। ਮੁੰਡਿਆਂ ਦੇ ਬਾਰੇ ਪਤਾ ਹੈ, ਉਹਨਾਂ ਦੀ ਮਾਨਸਿਕਤਾ ਨੂੰ ਸਮਝਦਾ। ਇਸ ਲਈ ਉਹਨੂੰ ਉੱਤੇ ਉਹਨਾਂ ਕੋਲ ਹੀ ਸੌਣਾ ਚਾਹੀਦਾ ਸੀ। ਭੇਜ ਦਿੱਤਾ ਗਿਆ। ਬਾਕੀ ਸਾਰੇ ਇੱਧਰ ਉੱਧਰ ਐਡਜਸਟ ਹੋ ਗਏ। ਕੋਠੀ ਵੱਡੀ ਸੀਗੀ। ਮੇਜ਼ਬਾਨ ਵੀ ਖੁੱਲੇ ਦਿਲ ਦਾ ਸੀਗਾ। ਸੋ ਮੁੰਡੇ ਤੇ ਉਹਨਾਂ ਦਾ ਪਿਤਾ ਉੱਤੋਂ ਹੀ ਅਗਲੀ ਸਵੇਰ ਤਿਆਰ ਹੋ ਕੇ ਡਰਾਇੰਗ ਰੂਮ 'ਚ ਪਹੁੰਚੇ। ਇੱਧਰ ਉੱਧਰ ਸੋਫਿਆਂ ਤੇ ਬੈਠੇ ਹੋਏ। ਟਾਇਲਟ ਬਾਥਰੂਮ ਵੀ ਉੱਪਰ ਬਣੇ ਹੋਏ ਸੀਗੇ। ਸਾਰਾ ਕੁਛ ਇੰਤਜ਼ਾਮ ਤੇ ਆਪਣੇ ਕੰਮਾਂ ਤੋਂ ਸਾਰਾ ਫਾਰਗ ਹੋ ਕੇ ਫਿਰ ਥੱਲੇ ਆਏ ਸੀਗੇ। ਉੱਤੇ ਟਾਇਲਟ ਪਰ ਇੰਗਲਿਸ਼ ਨਹੀਂ ਸੀਗੀ, ਬੈਠਵੀਂ ਸੀਗੀ। ਚਲੋ ਕਿਵੇਂ ਨਾ ਕਿਵੇਂ ਉਹਨਾਂ ਨੇ ਕੰਮ ਚਲਾ ਲਿਆ। ਮੁੰਡਿਆਂ ਦੀ ਮੁਸ਼ਕਿਲ ਹੋਈ, ਬਾਪ ਨੂੰ ਤਾਂ ਕੋਈ ਸਮੱਸਿਆ ਨਹੀਂ ਸੀਗੀ। ਹੇਠਾਂ ਵੀ ਜੋ ਟਾਇਲਟ ਸੀ ਉਹ ਵੀ ਦੂਸਰੀ ਸੀ। ਬਾਹਰ ਨਜ਼ਰ ਮਾਰੀ ਤਾਂ ਬਾਰਿਸ਼ ਪੈਂਦੀ ਨਜ਼ਰ ਆਈ। ਜਨਵਰੀ ਦੀ ਬਾਰਿਸ਼, ਚਾਂਦੀ ਵਰਗੀ ਸਾਫ਼ ਕਣੀ। ਫਿਰ ਬੋਲੇ ਮੇਜ਼ਬਾਨ, ਹਾਂ ਬਈ ਨੌਜਵਾਨੋ ਆ ਗਏ। ਇੰਡੀਆ ਦੀ ਬਾਰਿਸ਼ ਦੇਖੋ ਕਿੰਨੀ ਸੋਹਣੀ ਹੈ। ਦੁਨੀਆ ਵਿੱਚ ਇੰਨੀ ਸੋਹਣੀ ਬਾਰਿਸ਼ ਕਿਤੇ ਨਹੀਂ ਹੁੰਦੀ। ਪੱਛਮ 'ਚ ਤਾਂ ਉੱਕਾ ਹੀ ਨਹੀਂ ਹੁੰਦੀ। ਨਾ ਹੀ ਇੰਨੇ ਸੋਹਣੇ ਬੱਦਲ ਕਿਸੇ ਹੋਰ ਥਾਂ ਤੇ ਹੁੰਦੇ। ਕਾਲੇ ਘੱਟ ਘਨਘੋਰ ਬੱਦਲ ਹੈ। ਮੁੰਡੇ ਸਿਰਫ ਸੁਣਦੇ ਰਹੇ ਤੇ ਬਿਟਰ ਬਿਟਰ ਤੱਕਦੇ ਰਹੇ। ਮੂੰਹ ਕੁਝ ਵੀ ਨਹੀਂ ਬੋਲੇ। ਇਹ ਜਨਵਰੀ ਦੇ ਦਿਨ ਇੰਡੀਆ ਦੀ ਧੁੱਪ ਵੀ ਬੜੀ ਖੂਬਸੂਰਤ ਹੁੰਦੀ ਹੈ। ਜਨਵਰੀ ਦੇ ਦਿਨਾਂ 'ਚ ਪੀਲੀ ਪੀਲੀ ਰੇਸ਼ਮੀ ਧੁੱਪ, ਪੀਲੀ ਨਹੀਂ ਬਸੰਤੀ ਧੁੱਪ ਹੁੰਦੀ ਹੈ। ਮੁੰਡੇ ਫੇਰ ਦੋਵੇਂ ਜਣੇ ਦੇਖਦੇ ਰਹੇ, ਕੁਛ ਨਹੀਂ ਬੋਲੇ। ਖਾਲੀ ਖਾਲੀ ਅੱਖਾਂ ਦੇ ਨਾਲ ਉਹਦੇ ਵੱਲ ਦੇਖਦੇ ਸੀ। ਇਹ ਬਸੰਤ ਦੇ ਦਿਨ ਕੁਝ ਦਿਨ ਤੱਕ ਲੋਹੜੀ ਆ ਜਾਣੀ, ਫੇਰ ਬਸੰਤ ਆ ਜਾਣੀ ਹੈ, ਫੇਰ ਸਾਰੀ ਖੂਬਸੂਰਤ ਨਜ਼ਾਰੇ ਜਿਹੜੇ ਆ ਉਹ ਬਹੁਤ ਸੋਹਣੇ ਦ੍ਰਿਸ਼ ਹੋ ਜਾਣੇ। ਉਹ ਇਹਨਾਂ ਨੂੰ ਕੀ ਪਤਾ ਭਾਈ ਸਾਹਿਬ, ਇਹਨਾਂ ਨੂੰ ਨਹੀਂ ਪਤਾ ਇਸ ਸੁੰਦਰਤਾ ਦਾ। ਇਹੀ ਤਾਂ ਮੈਨੂੰ ਦੁੱਖ ਹੈ। ਇਹ ਗੱਲ ਫਿਰ ਬਾਪੂ ਨੇ ਕਹੀ। ਇਹਨਾਂ ਨੂੰ ਨਾ ਆਪਣੇ ਆਪ ਦਾ ਤੇ ਆਪਣੇ ਦੇਸ਼ ਦਾ ਪਤਾ ਹੀ ਨਹੀਂ ਹੈ। ਕਈ ਵਾਰ ਕਹਿ ਚੁੱਕੇ ਆ, ਚਲੋ ਡੈਡ ਹੁਣ ਚਲੀਏ ਇੱਥੋਂ। ਤੇ ਫਿਰ ਸੂਰਜ ਵਰਗਾ ਸੂਰਜ ਕਿਤੇ ਨਹੀਂ, ਚੰਦਰਮਾ ਨਹੀਂ, ਚੰਨ ਸੂਰਜ ਨਹੀਂ ਦੇਖੇ। ਮੁੰਡਿਆਂ ਨੇ ਥੋੜਾ ਜਿਹਾ ਚੁੱਪ ਕਰਕੇ ਆਪਣੇ ਸਿਰ ਹੇਠਾਂ ਨੂੰ ਹੀ ਕਰ ਲਿਆ। ਫਿਰ ਮੇਜ਼ਬਾਨ ਬੋਲਿਆ, ਸਾਡੀ ਚੰਨ ਚਾਨਣੀ ਵੀ ਬੜੀ ਖੂਬਸੂਰਤ ਹੈ, ਚਿੱਟੀ ਚੰਨ ਦੀ ਚਾਨਣੀ। ਮੁੰਡੇ ਫਿਰ ਤੱਕਦੇ ਰਹੇ। ਸਾਡੀ ਕਾਲੀ ਰਾਤ ਦਾ ਵੀ ਕਿਤੇ ਕੋਈ ਜਵਾਬ ਨਹੀਂ। ਮੱਸਿਆ ਦੀ ਕਾਲੀ ਰਾਤ ਜਿਵੇਂ ਕਾਲੀ ਮਖਮਲ ਵਿੱਚ ਨਾ ਸਿਤਾਰੇ ਜੜੇ ਹੋਣ, ਇੱਦਾਂ ਦੀ ਹੁੰਦੀ ਹੈ। ਫਿਰ ਅੱਗੇ ਕਿਹਾ ਗਿਆ, ਸਾਡਾ ਪਿੱਪਲ, ਸਾਡਾ ਮੋਰ, ਪਿੱਪਲ ਕੌਮੀ ਬਿਰਛ ਹੈ, ਮੋਰ ਸਾਡਾ ਕੌਮੀ ਪੰਛੀ ਹੈ। ਮੁੰਡਿਆਂ ਦੀਆਂ ਅੱਖਾਂ ਉਵੇਂ ਹੀ ਖੁੱਲੀਆਂ ਤੇ ਖਾਲੀ ਸੀ। ਸੱਚ
ਨਰਿੰਜਨ ਸਿਆਂ ਇਹਨਾਂ ਦੇ ਨਾਂ ਕੀ ਹੈ? ਨਾਂ ਤਾਂ ਇਹਨਾਂ ਦੇ ਪੁੱਛਿਆ ਹੀ ਨਹੀਂ। ਕਿਉਂ ਬਈ ਨੌਜਵਾਨੋ, ਕੀ ਹੈ ਤੁਹਾਡੇ ਨਾਂ? ਇੱਕ ਦਾ ਨਾਂ ਹਰਿੰਦਰ ਹੈ, ਦੂਜੇ ਦਾ ਨਾਂ ਗੁਰਿੰਦਰ ਹੈ। ਬਾਪ ਨੇ ਫਿਰ ਅੱਗੇ ਬੋਲਿਆ, ਕੈਨੇਡਾ ਵਿੱਚ ਆਪਣੇ ਆਪ ਨੂੰ ਇੱਕ ਹੈਰੀ ਅਖਵਾਉਂਦਾ, ਦੂਜੇ ਦਾ ਨਾਂ ਗੈਰੀ ਹੈ। ਚਲੋ ਬਹੁਤ ਠੀਕ ਹੈ, ਬਹੁਤ ਸੁੰਦਰ ਨਾਂ ਹੈ। ਮੁੰਡੇ ਫੇਰ ਕੁਝ ਨਹੀਂ ਬੋਲੇ। ਸੋ 25-26 ਦਿਨ ਉੱਥੇ ਰਹੇ ਹੋਣਗੇ। ਆਖਰ ਉਹਨਾਂ ਦੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾ ਲਈਆਂ ਗਈਆਂ ਕਿ ਚਲੀਏ ਹੁਣ ਕੈਨੇਡਾ ਨੂੰ ਵਾਪਸ। ਸੀਟਾਂ ਬੁੱਕ ਹੋਣ ਨਾਲ ਹੀ ਉਹਨਾਂ ਦੋਹਾਂ ਮੁੰਡਿਆਂ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ। ਜਿਸ ਦਿਨ ਜਹਾਜ਼ ਉੜਿਆ ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿੱਚ ਤਾਂ ਹੰਝੂ ਛਲਕ ਰਹੇ ਸੀ ਤੇ ਉਹਨਾਂ ਦੋਹਾਂ ਦੀਆਂ ਅੱਖਾਂ 'ਚ ਚੰਨ ਸੂਰਜ ਦੀਆਂ ਕਿਰਨਾਂ ਤੇ ਸਿਤਾਰੇ ਚਮਕ ਰਹੇ ਸੀ, ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਉੜਦੇ ਜਾ ਰਹੇ ਸੀ।